Hello students, welcome to history class। ਸਾਡਾ ਹੜੱਪਾ ਸਭਿਅਤਾ ਦਾ ਵਿਸਤਾਰ ਅਤੇ ਉਸ ਦੇ ਨਗਰ ਨਿਰਮਾਣ ਯੋਜਨਾ ਪ੍ਰਸ਼ਨ ਚੱਲ ਰਿਹਾ ਸੀ। ਕੱਲ੍ਹ ਦੀ ਕਲਾਸ ਵਿੱਚ ਅਸੀਂ ਹੜੱਪਾ ਸਭਿਅਤਾ ਜਾਂ ਸਿੰਧੂ ਸਭਿਅਤਾ ਦੇ ਮਹੱਤਵਪੂਰਨ ਸਥਾਨਾਂ ਜਿਵੇਂ ਹੜੱਪਾ, मोहनजोदड़ो, कोटला निहंग खान, कालीबंगा, लोथल, रंगपुर आदि खेतरां या केंद्रां की चर्चा की। अज की क्लास में असी सिंधु घाटी सभ्यता या हड़प्पा सभ्यता के नगर निर्माण योजना की गल करांगे। शुरू करते हैं। सिंधु घाटी की सभ्यता निश्चित रूप नाल एक उच्च कोटि की नगरी सभ्यता सी। खुदाई तो मिले हड़प्पा, मोहनजोदड़ो ਅਤੇ ਹੋਰ ਨਗਰਾਂ ਨੂੰ ਵੇਖ ਕੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਿੰਧੂ ਨਿਵਾਸੀਆਂ ਦੇ ਨਗਰ ਵਿਸ਼ੇਸ਼ ਯੋਜਨਾ ਦੇ ਅਨੁਸਾਰ ਅਤੇ ਬੜੇ ਵਿਗਿਆਨਿਕ ਢੰਗ ਨਾਲ ਬਣਾਏ ਜਾਂਦੇ ਸਨ। ਸਿੰਧੂ ਘਾਟੀ ਸਭਿਅਤਾ ਦੇ ਨਗਰਾਂ ਦੀ ਅਨੇਕ ਵਿਸ਼ੇਸ਼ਤਾਵਾਂ ਸਨ, ਜਿਨ੍ਹਾਂ ਵਿੱਚੋਂ ਅਸੀਂ ਕੁਝ ਦੀ ਸੰਖੇਪ ਚਰਚਾ ਕਰਾਂਗੇ। ਪਹਿਲਾ ਹੈ ਨਾਗਰਿਕਾਂ ਦੇ ਨਿਵਾਸ ਭਵਨ। ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕ ਭਵਨ ਨਿਰਮਾਣ ਕਲਾ ਦੇ ਵਿੱਚ ਬੜੇ ਕੁਸ਼ਲ ਸਨ। ਇਹਨਾਂ ਭਵਨਾਂ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਹਨਾਂ ਨੂੰ ਇੱਕ ਨਿਸ਼ਚਿਤ ਯੋਜਨਾ ਦੇ ਅੰਤਰਗਤ ਹੀ ਬਣਾਇਆ ਜਾਂਦਾ ਸੀ। ਹਰ ਮਕਾਨ ਦੇ ਵਿੱਚ ਇੱਕ ਖੁੱਲ੍ਹਾ ਵਿਹੜਾ ਹੁੰਦਾ ਸੀ, ਜਿਸ ਦੇ ਚਾਰੇ ਪਾਸੇ ਛੋਟੇ ਛੋਟੇ ਕਮਰੇ ਬਣਾਏ ਜਾਂਦੇ ਸਨ। ਮਕਾਨਾਂ ਦੇ ਨਿਰਮਾਣ ਵਿੱਚ ਪੱਕੀ ਇੱਟਾਂ ਅਤੇ ਗਾਰੇ ਦਾ ਪ੍ਰਯੋਗ ਕੀਤਾ ਜਾਂਦਾ ਸੀ। ਮਕਾਨ ਦੀਆਂ ਦੀਵਾਰਾਂ ਕਾਫੀ ਮੋਟੀਆਂ ਹੁੰਦੀਆਂ ਸਨ। ਇਹਨਾਂ ਦੀਵਾਰਾਂ ਦੀ ਖੂਬਸੂਰਤੀ ਅਤੇ ਮਜ਼ਬੂਤੀ ਦੇ ਲਈ ਇਹਨਾਂ 'ਤੇ ਗਾਰੇ ਦਾ ਲੇਪ ਕਰ ਦਿੱਤਾ ਜਾਂਦਾ ਸੀ। ਮਕਾਨ ਦੀਆਂ ਛੱਤਾਂ ਵਿੱਚ ਲੱਕੜੀ ਅਤੇ ਇੱਟਾਂ ਦਾ ਪ੍ਰਯੋਗ ਕੀਤਾ ਜਾਂਦਾ ਸੀ। ਮਕਾਨ ਦੇ ਫਰਸ਼ ਵੀ ਪੱਕੀ ਇੱਟਾਂ ਨਾਲ ਹੀ ਬਣਾਏ ਜਾਂਦੇ ਸਨ। ਹਰ ਮਕਾਨ ਵਿੱਚ ਹਵਾ ਅਤੇ ਰੋਸ਼ਨੀ ਦੇ ਪ੍ਰਵੇਸ਼ ਦੇ ਲਈ ਦਰਵਾਜ਼ੇ, ਖਿੜਕੀਆਂ ਅਤੇ ਰੋਸ਼ਨਦਾਨ ਬਣਾਏ ਜਾਂਦੇ ਸਨ। ਇਹ ਲੱਕੜੀ ਦੇ ਬਣਾਏ ਜਾਂਦੇ ਸਨ। ਮਕਾਨਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਮੁੱਖ ਸੜਕ ਵੱਲ ਨਾ ਖੁੱਲ੍ਹ ਕੇ ਗਲੀ ਵੱਲ ਖੁੱਲ੍ਹਦੇ ਸਨ। ਹਰ ਮਕਾਨ ਵਿੱਚ ਰਸੋਈ ਘਰ, ਸ਼ੌਚਾਲਿਆ ਅਤੇ ਇਸ਼ਨਾਨਾਗਾਰ ਦਾ ਪ੍ਰਬੰਧ ਕੀਤਾ ਜਾਂਦਾ ਸੀ। ਜ਼ਿਆਦਾਤਰ ਮਕਾਨਾਂ ਵਿੱਚ ਖੂਹ ਵੀ ਹੁੰਦਾ ਸੀ। ਘਰਾਂ ਵਿੱਚ ਵਰਖਾ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਨਾਲੀਆਂ ਦਾ ਉੱਤਮ ਪ੍ਰਬੰਧ ਕੀਤਾ ਗਿਆ ਸੀ। ਕੁਝ ਮਕਾਨ 2 ਜਾਂ 2 ਤੋਂ ਜ਼ਿਆਦਾ ਮੰਜ਼ਿਲਾਂ ਦੇ ਵੀ ਬਣੇ ਹੁੰਦੇ ਸਨ। ਇਹਨਾਂ ਮਕਾਨਾਂ ਵਿੱਚ ਉੱਪਰ ਜਾਣ ਦੇ ਲਈ ਇੱਟਾਂ ਜਾਂ ਲੱਕੜੀ ਦੀ ਬਣੀਆਂ ਪੌੜੀਆਂ ਵੀ ਹੁੰਦੀਆਂ ਸਨ। ਦੂਜੀ ਵਿਸ਼ੇਸ਼ਤਾ ਹੈ ਸਾਰਵਜਨਿਕ ਮਹੱਤਵ ਦੇ ਭਵਨ। ਸਿੰਧੂ ਘਾਟੀ ਜਾਂ ਹੜੱਪਾ ਸਭਿਅਤਾ ਦੀ ਖੁਦਾਈ ਦੇ ਦੌਰਾਨ ਸਾਨੂੰ ਕੁਝ ਸਾਰਵਜਨਿਕ ਭਵਨ ਵੀ ਮਿਲੇ ਹਨ, ਜਿਵੇਂ ਵਿਸ਼ਾਲ ਇਸ਼ਨਾਨਾਗਰ। ਸਿੰਧੂ ਘਾਟੀ ਦੀ ਸਭਿਅਤਾ ਦੀ ਖੁਦਾਈ ਤੋਂ ਮਿਲਣ ਵਾਲਾ ਸਭ ਤੋਂ ਪ੍ਰਸਿੱਧ ਅਤੇ ਵਿਸ਼ਾਲ ਭਵਨ ਮੋਹਨਜੋਦੜੋ ਵਿੱਚ ਸਥਿਤ ਵਿਸ਼ਾਲ ਇਸ਼ਨਾਨਾਗਰ ਸੀ। ਇਹ ਇਸ਼ਨਾਨਾਗਰ 180 ਫੁੱਟ ਲੰਬਾ ਅਤੇ 108 ਫੁੱਟ ਚੌੜਾ ਹੈ। ਇਸ ਦੇ ਵਿੱਚ 39 ਫੁੱਟ ਲੰਬਾ ਅਤੇ 23 ਫੁੱਟ ਚੌੜਾ ਅਤੇ 8 ਫੁੱਟ ਗਹਿਰਾ ਤਲਾਅ ਬਣਿਆ ਹੋਇਆ ਸੀ। ਇਸ ਤਲਾਅ ਦੀ ਦੀਵਾਰਾਂ ਅਤੇ ਫਰਸ਼ ਪੱਕੀ ਇੱਟਾਂ ਨਾਲ ਬਣਾਈਆਂ ਗਈਆਂ ਸਨ। ਇਸ ਤਲਾਅ ਵਿੱਚ ਜਾਣ ਦੇ ਲਈ ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਇੱਟਾਂ ਨਾਲ ਪੌੜੀਆਂ ਬਣਾਈਆਂ ਗਈਆਂ ਸਨ। ਇਸ ਤਲਾਬ ਦੇ ਨੇੜੇ ਇੱਕ ਖੂਹ ਸੀ, ਜਿਸ ਤੋਂ ਇਸ ਤਲਾਬ ਵਿੱਚ ਪਾਣੀ ਭਰਿਆ ਜਾਂਦਾ ਸੀ। ਇਸ ਤਲਾਬ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਅਲੱਗ ਨਾਲੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤਲਾਬ ਦੇ ਚਾਰੇ ਪਾਸੇ ਬਰਾਮਦੇ ਬਣੇ ਹੋਏ ਸਨ। ਇਹਨਾਂ ਬਰਾਮਦਿਆਂ ਵਿੱਚ 2 ਮੰਜ਼ਿਲਾ ਕਮਰੇ ਸਨ। ਉੱਪਰ ਦੇ ਕਮਰੇ ਪੁਜਾਰੀਆਂ ਦੇ ਲਈ ਸਨ,
जबकि नीचे के कमरे आम लोगों के लिए। समझा जाता है कि लोग इत्थे विशेष त्योहारों ते स्नान करन दे लिए आया करते सन। अगला सार्वजनिक भवन है अन्नागार, जिन्हों आप गोदाम भी कह सकते हैं। सिंधु घाटी की सभ्यता की खुदाई तो सानू हड़प्पा, मोहनजोदड़ो, लोथल और कालीबंगन आदि अनेक स्थानों तो अन्नागारां का पता चलिया है। इन्हां अन्नागारां जां गोदामां विच अनाज नूं सरकार द्वारा सुरक्षित रखा जाता सी। कुदरती मुसीबत के समय सरकार इन्हां अन्नागारां तो ही जनता नूं अनाज वंडदी सी। हड़प्पा का अन्नागार सब तो विशाल सी। ये 169 फुट लंबा और 135 फुट चौड़ा सी। दूजा विशाल अन्नागार मोहनजोदड़ो विच स्थित सी। ये 150 फुट लंबा और 75 फुट चौड़ा सी। होर भवन सिंधु घाटी की खुदाई तो अनेक प्रकार के होर भवन भी मिले हैं। इन्हां विच मोहनजोदड़ो विच स्थित एक विशाल भवन जो 230 फुट लंबा ਅਤੇ 78 फुट चौड़ा है ਅਤੇ ਇੱਥੋਂ ही प्राप्त होया 20 स्तंभां वाला विशाल हाल जो 90 फुट लंबा ਅਤੇ 90 फुट चौड़ा है ਦਾ वर्णन किया जा सकता है। ये शायद राज के किसी उच्च अधिकारी का घर या निवास स्थान ਜਾਂ सभागार सी, जिथे सभा के अधिवेशन होंदे सन ਜਾਂ किसी होर विशेष मौके ते इसका प्रयोग किया जाता सी। इस तो अलावा सिंधु घाटी की खुदाई तो अजे अनेक आराम घरां का भी पता चलिया है जो यात्रियों की सुविधा के लिए बनाए गए सन। तीजी मुख्य विशेषता है सड़कां। सिंधु घाटी की सभ्यता के लोग नगरां का निर्माण करते समय सड़कों के प्रबंध वाल विशेष ध्यान देंदे सन। पूरे नगर विच छोटी वड्डी सड़कों का जाल बिछा होया सी। मुख्य सड़कां काफ़ी चौड़ी होंदियां सन। ये सड़कां 13 फुट तो लैके 34 फुट तक होंदियां सन। ये सारी सड़कां छोटी छोटी होर सड़कों नाल जुड़ियां होंदियां सन। ये सड़कां पूर्व तो पश्चिम वल अते उत्तर तो दक्षिण वल बनाई जांदियां सन। सिट्टे वजों पूरा नगर अनेक वर्गाकार खंडां विच वंडिया होया नज़र आंदा सी। सड़कों की सफाई वल विशेष ध्यान दिता जाता सी। सड़कों के किनारे ते या तो कूड़ेदान रखे होंदे सन जां उत्थे खड्डे खोदे हुए होंदे सन जिथे लोग घर का कूड़ा कचरा सुट सकते सन। सड़कों ते रोशनी की भी चंगी व्यवस्था की जाती सी। अगला पॉइंट है नालियां की व्यवस्था। सानू ये जान के बहुत हैरानी होगी कि सिंधु घाटी की सभ्यता के लोगों ने बरखा अते गंदे पानी की निकासी के लिए नालियां की विज्ञानिक ढंग नाल व्यवस्था की हुई सी। हर घर विच छोटी नालियां होंदियां सन जो घरां दे पानी नूं बाहर गली या सड़क के किनारे बणियां वड्डियां नालियां विच लिया के गिराउंदियां सन। ये नालियां शहर के बाहर किसी वड्डे नाले नाल जुड़दियां सन। ये नालियां पक्की ईटां नाल बनाईयां जांदियां सन। इन्हां नालियां नूं ईटां तो इस तरह ढकिया जाता सी कि सफाई करने के लिए उन्होंने सुविधा के अनुसार हटाया जा सकता सी। संखेप विच नालियां की इन्नी चंगी व्यवस्था सी कि प्राचीन काल दे विच किसी होर देश दे विच ये व्यवस्था सानू नहीं मिलती। ये अलग गल है कि अज ये व्यवस्था घट गई है। स्टूडेंट्स अज की क्लास विच इन्ना ही। साडा हड़प्पा सभ्यता का यह प्रश्न पूरा होया। अगली क्लास में असी नवे प्रश्न के नाल मिलांगे। बहुत बहुत धन्यवाद।